प्यारे विद्यार्थियों, ਅੱਜ ਅਸੀਂ 11ਵੀਂ ਸ਼੍ਰੇਣੀ ਦੀ ਪੁਸਤਕ ਲਾਜ਼ਮੀ ਪੰਜਾਬੀ ਦੇ ਵਿੱਚੋਂ ਸੁਹਾਗ ਦੇ ਅਭਿਆਸ ਪ੍ਰਸ਼ਨ ਉੱਤਰਾਂ ਦੇ ਬਾਰੇ ਵਿਚਾਰ ਚਰਚਾ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਚੜ੍ਹ ਚੁਬਾਰੇ ਸੁੱਤਿਆ ਸੁਹਾਗ ਦੇ ਵਿੱਚ ਧੀ ਕੀ ਕਹਿੰਦੀ ਹੈ ਅਤੇ ਕਿਉਂ? ਚੜ੍ਹ ਚੁਬਾਰੇ ਸੁੱਤਿਆ ਸੁਹਾਗ ਦੇ ਵਿੱਚ ਧੀ ਆਪਣੇ ਬਾਬਲ ਨੂੰ ਵਿਆਹ ਕਰਨ ਦੇ ਲਈ ਕਹਿੰਦੀ ਹੈ, ਕਿਉਂਕਿ ਉਹ ਮੁਟਿਆਰ ਹੋ ਗਈ ਹੈ ਅਤੇ ਉਹਦੇ ਨਾਲ ਦੀਆਂ ਜਿਹੜੀਆਂ ਸਹੇਲੀਆਂ ਨੇ ਉਹਨਾਂ ਦੇ ਵੀ ਵਿਆਹ ਹੋ ਚੁੱਕੇ ਹੋਏ ਹਨ। ਇਸ ਲਈ ਜਿਹੜਾ ਆ ਉਹ ਆਪਣੇ ਬਾਬਲ ਨੂੰ, ਜਿਹੜਾ ਬੇਪਰਵਾਹ ਹੋਏ ਬਾਬਲ ਨੂੰ ਕਹਿ ਰਹੀ ਹੈ ਕਿ ਉਹਦਾ ਵੀ ਜਲਦੀ ਤੋਂ ਜਲਦੀ ਵਿਆਹ ਕਰ ਦਿੱਤਾ ਜਾਵੇ। ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਧੀ ਕਿਹਨੂੰ ਕਿਹਨੂੰ ਸੰਬੋਧਨ ਕਰਦੀ ਹੈ? ਧੀ ਬਾਬਲ, ਮਾਂ, ਚਾਚਾ, ਚਾਚੀ ਨੂੰ ਸੰਬੋਧਨ ਕਰਦੀ ਹੈ। ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਭਾਬੋ ਦੇ ਮਨ ਦੇ ਵਿੱਚ ਚਾਅ ਕਿਉਂ ਹੈ? ਭਾਬੋ ਮਤਲਬ ਭਾਬੀ। ਭਾਬੋ ਦੇ ਮਨ ਦੇ ਵਿੱਚ ਇਸ ਕਰਕੇ ਚਾਅ ਨੇ ਕਿਉਂਕਿ ਉਹ ਉਸ ਪਰਿਵਾਰ ਦੇ ਵਿੱਚ ਵਿਆਹੀ ਹੋਈ ਆਈ ਸੀ ਅਤੇ ਉਸ ਪਰਿਵਾਰ ਦੇ ਵਿੱਚ ਉਹ ਜਿਹੜਾ ਉਹਨੇ ਪਹਿਲਾ ਜਿਹੜਾ ਆ ਵਿਆਹ ਦੇਖਣਾ, ਉਹ ਵੀ ਉਹਦੀ ਨਨਾਣ ਦਾ ਵਿਆਹ ਹੈਗਾ। ਇਸ ਕਰਕੇ ਜਿਹੜਾ ਆ ਉਹਦੇ ਮਨ ਦੇ ਵਿੱਚ ਚਾਅ ਹੈਗਾ। ਬੇਟੀ ਚੰਨਨ ਦੇ ਓਲੇ ਲੋਕ ਗੀਤ ਵਿੱਚ ਧੀ ਆਪਣੇ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ? ਧੀ ਆਪਣੇ ਲਈ ਬਹੁਤ ਹੀ ਸੋਹਣਾ ਵਰ ਚਾਹੁੰਦੀ ਹੈ, ਜਿਵੇਂ ਤਾਰਿਆਂ ਦੇ ਵਿੱਚੋਂ, ਹਜ਼ਾਰਾਂ ਤਾਰਿਆਂ ਦੇ ਵਿੱਚੋਂ ਚੰਨ ਅਤੇ ਚੰਨਾਂ ਵਿੱਚੋਂ ਕਿਸ਼ਨ ਕਨ੍ਹਈਏ ਵਰਗਾ ਵਰ ਚਾਹੁੰਦੀ ਹੈ। ਬੇਟੀ ਚੰਨਨ ਦੇ ਓਲੇ ਲੋਕ ਗੀਤ ਵਿੱਚ ਕਿਸ ਵਿਸ਼ੇ 'ਤੇ ਅਤੇ ਕਿਹੜੀਆਂ ਦੋ ਧਿਰਾਂ ਦੇ ਵਿਚਕਾਰ ਵਾਰਤਾਲਾਪ ਹੁੰਦੀ ਹੈ? ਕਿਹੜਾ ਵਿਸ਼ਾ ਹੈਗਾ ਬੇਟੀ ਚੰਨਨ ਦੇ ਓਲੇ? ਵਿਸ਼ਾ ਹੈਗਾ ਵਰ ਲੱਭਣ ਲਈ, ਕਿ ਕਿਹੋ ਜਿਹਾ ਉਹਨੂੰ ਵਰ ਚਾਹੀਦਾ ਹੈ, ਅਤੇ ਦੋ ਧਿਰਾਂ ਹੈਗੀਆਂ ਨੇ ਬਾਬਲ ਅਤੇ ਧੀ। ਬੇਟੀ ਚੰਨਨ ਦੇ ਓਲੇ ਲੋਕ ਗੀਤ ਵਿੱਚ ਧੀ ਚੰਦਨ ਦਾ ਓਲਾ ਕਿਉਂ ਤਕਾਉਂਦੀ ਹੈ? ਚੰਦਨ ਦਾ ਓਲਾ ਉਹ ਇਸ ਕਰਕੇ ਤਕਾਉਂਦੀ ਹੈ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੀਆਂ ਸੀ ਕੁੜੀਆਂ ਸੀ, ਧੀਆਂ ਸੀ, ਉਹ ਆਪਣੇ ਬਾਬਲ ਦੇ ਨਾਲ, ਆਪਣੇ ਪਿਤਾ ਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ ਸੀਗੀਆਂ ਕਿ ਉਸਨੂੰ ਕਿਹੋ ਜਿਹਾ ਵਰ ਚਾਹੀਦਾ ਹੈ। ਹੁਣ ਦਾ ਜੋ ਟਾਈਮ ਹੈਗਾ, ਹੁਣ ਦਾ ਜੋ ਸਮਾਜ ਵਿੱਚ ਧੀਆਂ ਜਿਹੜੀਆਂ ਨੇ ਆਪਣੇ ਬਾਬਲ ਨੂੰ ਜਿਹੜਾ ਆ ਇੱਕ ਦੋਸਤ ਦੀ ਤਰ੍ਹਾਂ ਸਮਝਦੀਆਂ ਨੇ, ਹਰ ਇੱਕ ਗੱਲ ਜਿਹੜੀ ਹੈ ਉਹ ਉਹਨਾਂ ਨਾਲ ਸਾਂਝੀਆਂ ਕਰਦੀਆਂ ਨੇ, ਪਰ ਪਹਿਲੇ ਸਮੇਂ ਦੇ ਵਿੱਚ ਉਹ ਇੱਦਾਂ ਨਹੀਂ ਸੀ। ਇਸ ਕਰਕੇ ਜਿਹੜਾ ਉਹ ਆਪਣੇ ਬਾਬਲ ਦੇ ਕੋਲੋਂ ਸੰਗਦੀ ਹੈ ਕਿ ਉਹਨੂੰ ਕਿਹੋ ਜਿਹਾ ਜਿਹੜਾ ਵਰ ਚਾਹੀਦਾ ਹੈ। ਦੇਈ ਦੇਈ ਵੇ ਬਾਬਲਾ ਨਾਂ ਦੇ ਸੁਹਾਗ ਵਿੱਚ ਇੱਕ ਕੁੜੀ ਕਿਹੋ ਜਿਹਾ ਸੱਸ ਸਹੁਰਾ ਚਾਹੁੰਦੀ ਹੈ? ਕੁੜੀ ਉਹ ਘਰ ਚਾਹੁੰਦੀ ਹੈ ਜਿੱਥੇ ਸਹੁਰਾ ਜਿਹੜਾ ਆ ਉਹ ਰੱਜਿਆ ਪੁੱਜਿਆ ਸਰਦਾਰ ਹੋਵੇ ਅਤੇ ਸੱਸ ਬੜੇ ਹੀ ਸ਼ਾਂਤ ਸੁਭਾਅ ਅਤੇ ਈਰਖਾ ਰਹਿਤ ਹੋਵੇ। ਦੇਈ ਦੇਈ ਵੇ ਬਾਬਲਾ ਸੁਹਾਗ ਵਿੱਚ ਕੁੜੀ ਦੀ ਇੱਕ ਖੁਸ਼ਹਾਲ ਘਰ ਬਾਰੇ ਕੀ ਕਲਪਨਾ ਹੈ? ਤਾਂ ਕੁੜੀ ਦੀ ਖੁਸ਼ਹਾਲ ਘਰ ਬਾਰੇ ਇਹ ਕਲਪਨਾ ਹੈਗੀ ਹੈ ਕਿ ਉਹ ਜਿਸ ਘਰ ਵੀ ਜਾਵੇ ਉਹ ਰੱਜਿਆ ਪੁੱਜਿਆ ਘਰ ਹੋਵੇ, ਜਿੱਥੇ 60-70 ਬੂਰੀਆਂ ਝੋਟੀਆਂ ਹੋਣ, ਸੁਨਿਆਰਾ ਹੋਵੇ, ਦਰਜੀ ਹੋਵੇ ਕੱਪੜੇ ਬਣਾਉਣ ਦੇ ਲਈ। ਮਤਲਬ ਕਿ ਇਹੋ ਜਿਹਾ ਘਰ ਕਿ ਜਿੱਥੇ ਕਿਸੇ ਵੀ ਚੀਜ਼ ਦੀ ਕੋਈ ਵੀ ਤੰਗੀ ਨਾ ਹੋਵੇ, ਕੋਈ ਵੀ ਘਾਟ ਨਾ ਹੋਵੇ। ਦੇਈ ਦੇਈ ਵੇ ਬਾਬਲਾ ਲੋਕ ਗੀਤ ਵਿੱਚ ਧੀ ਹੇਠ ਲਿਖੀ ਤੁਕ ਮੁੜ ਮੁੜ ਕਿਉਂ ਸੰਬੋਧਨ ਕਰਦੀ ਹੈ? ਤੇਰਾ ਹੋਵੇਗਾ ਵੱਡੜਾ ਜਸ ਬਾਬਲ ਤੇਰਾ ਪੁੰਨ ਹੋਵੇ। ਠੀਕ ਹੈ, ਕਿ ਇੱਕ ਧੀ ਦਾ ਜਿਹੜਾ ਵਿਆਹ ਕਰਨਾ ਇੱਕ ਬਹੁਤ ਵੱਡਾ ਜਿਹੜਾ ਦਾਨ ਸਮਝਿਆ ਜਾਂਦਾ, ਪੁੰਨ ਸਮਝਿਆ ਜਾਂਦਾ ਆ, ਅਤੇ ਇਸ ਕਰਕੇ ਉਹ ਆਪਣੇ ਜਿਹੜਾ ਆ ਉਹ ਬਾਬਲ ਨੂੰ ਕਹਿੰਦੀ ਹੈ, ਉਹਦੇ ਫਰਜ਼ ਨੂੰ ਜਿਹੜਾ ਆ ਉਹ ਯਾਦ ਕਰਵਾਉਂਦੀ ਹੈ ਕਿ ਉਹਦੇ ਵਾਸਤੇ ਜਿਹੜਾ ਆ ਉਹ ਵਧੀਆ ਚੰਗਾ ਰੱਜਿਆ ਪੁੱਜਿਆ ਇੱਕ ਘਰ ਲੱਭੇ, ਤਾਂ ਕਿ ਜੇਕਰ ਉਹਨੂੰ ਵਧੀਆ ਉਹ ਪਰਿਵਾਰ ਇੱਕ ਲੱਭ ਕੇ ਦੇਵੇਗਾ, ਉਹਦੇ ਵਿੱਚ ਉਹਨੂੰ ਵਿਆਹੇਗਾ, ਤਾਂ ਉਹਦੀ ਜਿਹੜੀ ਹੈ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹਦੀ ਵਡਿਆਈ ਹੋਵੇਗੀ, ਕਿਉਂਕਿ ਧੀ ਦਾ ਜਿਹੜਾ ਉਹ ਵਿਆਹ ਕਰਨਾ ਇੱਕ ਬਹੁਤ ਵੱਡਾ ਜਿਹੜਾ ਉਹ ਪੁੰਨ ਸਮਝਿਆ ਜਾਂਦਾ ਹੈ। ਅੱਸੂ ਦਾ ਕਾਜ ਰਚਾ ਲੋਕ ਗੀਤ ਵਿੱਚ ਅੱਸੂ ਮਹੀਨੇ 'ਤੇ ਜ਼ੋਰ ਕਿਉਂ ਦਿੱਤਾ
ਗਿਆ ਹੈ। ਹੁਣ ਦੇਖੋ ਅੱਸੂ ਮਹੀਨੇ ਤੇ ਇਸ ਕਰਕੇ ਜ਼ੋਰ ਦਿੱਤਾ ਗਿਆ ਕਿਉਂਕਿ ਜਿਹੜਾ ਮੌਸਮ ਹੁੰਦਾ ਹੈ ਬਹੁਤ ਹੀ ਵਧੀਆ ਹੁੰਦਾ ਹੈ ਤੇ ਆਪਣੇ ਘਰ ਦੇ ਵਿੱਚ ਜਿਹੜਾ ਆ ਉਹ ਕੋਈ ਵੀ ਜਿਹੜੀ ਚੀਜ਼ ਜੇਕਰ ਅਸੀਂ ਬਣਾਵਾਂਗੇ ਤਾਂ ਉਹ ਖਰਾਬ ਨਹੀਂ ਹੋਵੇਗੀ। ਤੇ ਇਹਦਾ ਇੱਕ ਸੰਬੰਧ ਅੱਸੂ ਮਹੀਨੇ ਤੇ ਨਾਲ ਹੀ ਨਾਲ ਧੀ ਜਿਹੜਾ ਆ ਉਹ ਆਪਣੇ ਬਾਬਲ ਨੂੰ ਕਹਿ ਰਹੀ ਹੈ ਕਿ ਉਹਨੂੰ ਜਿਹੜਾ ਆ ਥੋੜਾ ਸਮਾਂ ਹੋਰ ਜਿਹੜਾ ਆ ਆਪਣੇ ਘਰ ਦੇ ਵਿੱਚ ਰਹਿਣ ਦੇਵੇ। ਅੱਸੂ ਦਾ ਕਾਜ ਰਚਾ ਵਿੱਚ ਅੰਨ ਦਹੀਂ ਦਾ ਜ਼ਿਕਰ ਕਿਸ ਪ੍ਰਸੰਗ ਦੇ ਵਿੱਚ ਹੈ? ਤਾਂ ਇਹ ਪ੍ਰਸੰਗ ਜਿਹੜਾ ਆ ਧੀ ਦੇ ਵਿਆਹ ਤੇ ਅੱਸੂ ਦੇ ਮਹੀਨੇ ਦੀ ਸੁਹਾਵਣੀ ਰੁੱਤ ਦੇ ਪ੍ਰਸੰਗ ਦੇ ਵਿੱਚ ਆਇਆ ਹੈ। ਹਰੀਏ ਨੀ ਰਸ ਭਰੀਏ ਖਜੂਰੇ ਲੋਕ ਗੀਤ ਵਿੱਚ ਹਰੀ ਰਸ ਭਰੀ ਖਜੂਰ ਕਿਸ ਨੂੰ ਕਿਹਾ ਗਿਆ ਹੈ? ਤਾਂ ਕਿਹਨੂੰ ਕਿਹਾ ਗਿਆ ਹੈ? ਧੀ ਜਾਂ ਨਵ ਵਿਆਹੀ ਮੁਟਿਆਰ ਨੂੰ। ਹਰੀਏ ਨੀ ਰਸ ਭਰੀਏ ਖਜੂਰੇ ਵਿੱਚ ਕੁੜੀ ਦੇ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਤੇ ਉਹਨਾਂ ਦੇ ਵਿੱਚ ਵਖਰੇਵੇਂ ਕਿਵੇਂ ਕੀਤੇ ਗਏ ਹਨ? ਤਾਂ ਰਿਸ਼ਤੇ ਨੇ ਮਾਤਾ ਪਿਤਾ ਜਾਂ ਬਾਬਲ, ਚਾਚਾ, ਮਾਮਾ। ਠੀਕ ਹੈ, ਹੁਣ ਇਹਦਾ ਵਖਰੇਵੇਂ ਕਿਵੇਂ ਕੀਤੇ ਗਏ ਨੇ ਕਿ ਜਿਵੇਂ ਦੇਸਾਂ ਦਾ ਰਾਜਾ ਬਾਬਲ, ਚਾਚਾ, ਮਾਮਾ ਨੂੰ ਕਿਹਾ ਗਿਆ ਹੈ ਤੇ ਮਹਿਲਾਂ ਦੀ ਰਾਣੀ ਜਿਹੜੀ ਹੈ ਉਹ ਮਾਂ, ਚਾਚੀ ਤੇ ਮਾਮੀ ਨੂੰ ਕਿਹਾ ਗਿਆ ਹੈ। ਹਰੀਏ ਨੀ ਰਸ ਭਰੀਏ ਖਜੂਰੇ ਵਿੱਚ ਕੁੜੀ ਦੇ ਵਿਰਲਾਪ ਅਤੇ ਢੇਰ ਸਾਰੇ ਦਾਜ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਹੈ? ਤਾਂ ਇਸ ਵਿਰਲਾਪ ਤੇ ਦਾਜ ਦੇ ਵਿੱਚ ਇਹ ਦੱਸਿਆ ਗਿਆ ਹੈਗਾ ਕਿ ਖਾਂਦੇ ਪੀਂਦੇ ਘਰ ਦੀ ਜਿਹੜੀ ਕੁੜੀ ਹੈ ਉਹ ਖਾਂਦੇ ਪੀਂਦੇ ਉਹਦਾ ਜਿਹੜਾ ਵਿਆਹ ਹੋਣਾ ਆ ਉਹ ਖਾਂਦੇ ਪੀਂਦੇ ਰੱਜੇ ਪੁੱਜੇ ਮੁੰਡੇ ਦੇ ਨਾਲ ਹੀ ਹੋਣਾ ਚਾਹੀਦਾ ਹੈ, ਸਗੋਂ ਉਹ ਦੂਰ ਤੱਕ ਫਿਰੇ ਤਾਂ ਕਿ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਮਿਲੇ ਕਿ ਜਿਹੋ ਜਿਹੇ ਉਹ ਆਪ ਸੀਗੇ। ਇਸ ਕਰਕੇ ਜਿਹੜਾ ਸੀ ਉਹ ਬਹੁਤ ਦੂਰ ਦੂਰ ਤੱਕ ਉਹਨਾਂ ਨੇ ਰਿਸ਼ਤੇ ਦੇਖਣੇ ਸ਼ੁਰੂ ਕੀਤੇ ਤੇ ਬਹੁਤ ਦੂਰ ਤੱਕ ਫਿਰੇ ਤੇ ਫਿਰ ਉਹਨਾਂ ਨੂੰ ਜਾ ਕੇ ਜਿਹੜਾ ਸੀ ਇਹ ਵਾਲਾ ਘਰ ਰੱਜਿਆ ਪੁੱਜਿਆ ਸਰਦਾਰਾਂ ਦਾ ਘਰ ਜਿਹੜਾ ਸੀਗਾ ਉਹ ਮਿਲਿਆ ਸੀਗਾ ਤੇ ਨਾਲ ਦੀ ਨਾਲ ਬਹੁਤ ਸਾਰਾ ਜਿਹੜਾ ਢੇਰ ਸਾਰਾ ਜਿਹੜਾ ਦਾਜ ਖਾਂਦੇ ਪੀਂਦੇ ਘਰ ਦਾ ਜਿਹੜਾ ਸੂਚਕ ਹੈਗਾ। ਨੀਵੇਂ ਪਹਾੜਾਂ ਤੇ ਪਰਬਤ ਸੁਹਾਗ ਦੇ ਵਿੱਚ ਕੁੜੀ ਦੇ ਵਿਆਹ ਸਮੇਂ ਉਸਦੇ ਪੇਕੇ ਪਰਿਵਾਰ ਦੇ ਲੋਕ ਕਿਉਂ ਨਿਉਂਦੇ ਵਿਖਾਏ ਗਏ ਹਨ? ਕਿਉਂਕਿ ਜਿਹੜਾ ਸਮਾਂ ਜਿਹੜਾ ਆ ਇਹ ਜਿਹੜਾ ਟਾਈਮ ਜਿਹੜਾ ਹੈਗਾ ਕੁੜੀ ਦਾ ਵਿਆਹ ਜਿਹੜਾ ਆ ਉਹ ਹੋਣਾ ਹੀ ਹੁੰਦਾ ਤੇ ਵਿਆਹ ਹੋ ਰਿਹਾ ਉਸ ਧੀ ਦਾ, ਉਹ ਦੂਸਰੇ ਪਰਿਵਾਰ ਦੇ ਵਿੱਚ ਜਾ ਰਹੀ ਹੈ, ਦੂਸਰੇ ਘਰ ਦੇ ਵਿੱਚ ਉਹਨੂੰ ਜਾਣਾ ਪੈਂਦਾ ਆ। ਠੀਕ ਹੈ, ਕਿੰਨਾ ਸਮਾਂ ਉਹ ਆਪਣੇ ਪਰਿਵਾਰ ਵਿੱਚ ਰਹਿੰਦੀ ਹੈ ਪਰ ਬਾਕੀ ਦੀ ਜਿਹੜੀ ਜ਼ਿੰਦਗੀ ਹੁੰਦੀ, ਬਾਕੀ ਦਾ ਸਮਾਂ ਹੁੰਦਾ ਉਹਨੂੰ ਦੂਸਰੇ ਪਰਿਵਾਰ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਅੱਗੇ ਨੀਵੇਂ ਪਹਾੜਾਂ ਤੇ ਪਰਬਤ ਸੁਹਾਗ ਦੇ ਵਿੱਚ ਕੁੜੀ ਦੇ ਵਿਆਹ ਸਮੇਂ ਡੋਲ ਰਹੇ ਪੇਕੇ ਪਰਿਵਾਰ ਵਾਲਿਆਂ ਨੂੰ ਕਿਹੜੇ ਕਿਹੜੇ ਸ਼ਬਦਾਂ ਦੇ ਨਾਲ ਦਿਲਾਸਾ ਦਿੱਤਾ ਗਿਆ ਹੈ? ਪਹਿਲਾ ਤਾਂ ਇਹੀ ਹੈ ਕਿ ਇਹ ਜੱਗ ਦੀ ਰੀਤ ਹੈ ਜਾਂ ਦਸਤੂਰ ਹੈਗਾ ਕਿ ਇੱਕ ਜਿਹੜਾ ਬਾਬਲ ਨੇ ਆਪਣੀ ਧੀ ਦਾ ਜਿਹੜਾ ਵਿਆਹ ਕਰਕੇ ਉਹਨੂੰ ਦੂਸਰੇ ਘਰ ਪਰਿਵਾਰ ਦੇ ਵਿੱਚ ਜਾ ਕੇ ਭੇਜਣਾ ਹੁੰਦਾ ਆ ਤੇ ਨਾਲੇ ਜਿਹੜਾ ਆ ਇਹ ਕੋਈ ਨਵਾਂ ਕੰਮ ਨਹੀਂ ਹੈਗਾ, ਸ਼ੁਰੂ ਤੋਂ ਹੀ ਜਿਹੜਾ ਇਹ ਜਿਹੜਾ ਦਸਤੂਰ ਜਿਹੜਾ ਉਹ ਚੱਲਦਾ ਆ, ਇਹ ਬਹੁਤ ਪੁਰਾਣਾ ਆ। ਪਹਾੜਾਂ ਤੇ ਪਰਬਤ ਸੁਹਾਗ ਵਿੱਚ ਭਾਵਾਂ ਤੇ ਪ੍ਰਗਟਾਲੇ ਪ੍ਰਕਿਰਤਿਕ ਸੰਕੇਤ ਕਿਵੇਂ ਵਰਤੇ ਗਏ ਹਨ? ਹੁਣ ਦੇਖੋ ਇੱਕ ਪੇਕੇ ਪਰਿਵਾਰ ਦੀ ਉੱਚੀ ਸ਼ਾਨ ਦਾ ਜ਼ਿਕਰ ਜਿਹੜਾ ਆ ਮੋਰਾਂ ਦੇ ਪੈਲਾਂ ਦੇ ਨਾਲ ਹੈ ਤੇ ਸਹੁਰੇ ਪਰਿਵਾਰ ਦੀ ਖੁਸ਼ਹਾਲੀ ਨੂੰ ਵੀ ਜਿਹੜਾ ਪੇਸ਼ ਕਰਦਾ ਹੈ। ਸਾਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਵਿਆਹੀ ਗਈ ਧੀ ਦੇ ਪੇਕੇ ਘਰ ਦੇ ਮੂੰਹ ਵਿੱਚੋਂ ਨਿਕਲਣ ਦੀ ਪੀੜਾ ਕਿਵੇਂ ਪ੍ਰਗਟਾਈ ਗਈ ਹੈ? ਪੇਕੇ ਘਰ ਦੇ ਮੂੰਹ ਦੇ ਵਿੱਚੋਂ ਧੀ ਜਿਹੜੀ ਹੈ ਆਪਣੇ ਬਾਪ ਦੇ ਅੱਗੇ ਤਰਲਾ ਕਰਦੀ ਹੈ ਕਿ ਉਹਨੂੰ ਥੋੜ੍ਹੇ ਸਮੇਂ ਵਾਸਤੇ ਆਪਣੇ ਘਰ ਦੇ ਵਿੱਚ ਹੀ ਰੱਖ ਲਵੇ, ਕੋਈ ਨਾ ਕੋਈ ਬਹਾਨਾ ਲਗਾਉਂਦੀ ਹੈ ਤਾਂ ਉਹਨੂੰ ਕਹਿੰਦੀ ਹੈ ਕਿ ਜਦੋਂ ਮੈਂ ਚੱਲ ਜਾਵਾਂਗੀ ਤਾਂ ਚਰਖਾ ਕੌਣ ਜਿਹੜਾ ਕੱਤੇਗਾ, ਕਸੀਦਾ ਕੌਣ ਕੱਢੇਗਾ। ਅੱਗੇ ਹੈ
ਸਾਡਾ ਚਿੜੀਆਂ ਦਾ ਚੰਬਾ ਸੁਹਾਗ ਵਿੱਚ ਬਾਬਲ ਆਪਣੀ ਵਿਆਹੀ ਗਈ ਧੀ ਦੇ ਪੇਕੇ ਘਰ ਰਹਿਣ ਲਈ ਕੀਤੇ ਕਿਸੇ ਤਰਲੇ ਨੂੰ ਕਿਉਂ ਨਹੀਂ ਮੰਨ ਰਿਹਾ। ਦੇਖੋ ਬੱਚੇ ਇੱਥੇ ਸੇਮ ਉਹੀ ਚੀਜ਼ ਆ ਰਹੀ ਹੈ ਦੁਬਾਰਾ ਕਿ ਇਸ ਕਰਕੇ ਨਹੀਂ ਮੰਨ ਰਿਹਾ ਕਿਉਂਕਿ ਇਹ ਜੱਗ ਦੀ ਰੀਤ ਹੈਗੀ ਹੈ, ਦਸਤੂਰ ਹੈਗੀ ਹੈ ਅਤੇ ਜਿਹੜਾ ਆ ਇਹ ਸੰਸਾਰਿਕ ਰਸਮ ਰਿਵਾਜ ਨੇ। ਠੀਕ ਹੈ, ਸੰਸਾਰਿਕ ਰਸਮ ਰਿਵਾਜਾਂ ਨੂੰ ਹਰ ਇੱਕ ਇਨਸਾਨ ਨੂੰ ਜਿਹੜਾ ਉਹ ਪੂਰਾ ਕਰਨਾ ਪੈਂਦਾ ਆ। ਇਹ ਜੱਗ ਹੁੰਦੜੀ ਹੈ, ਜੱਗ ਦੀ ਰੀਤ ਹੈਗੀ ਹੈ ਕਿ ਸ਼ੁਰੂ ਤੋਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਧੀ ਨੇ ਜਿਹੜਾ ਆਪਣੇ ਵਿਆਹ ਕਰਾ ਕੇ ਆਪਣੇ ਘਰੇ ਚਲੇ ਜਾਣਾ ਹੈ। ਸਾਡਾ ਚਿੜੀਆਂ ਦਾ ਚੰਬਾ ਸੁਹਾਗ ਦੇ ਵਿੱਚ ਧੀ ਆਪਣੇ ਬਾਬਲ ਦੇ ਘਰ ਨੂੰ ਵਡਿਆਉਂਦੀ ਹੈ, ਦੱਸੋ ਕਿਵੇਂ। ਤਾਂ ਕਿਵੇਂ ਵਡਿਆਉਂਦੀ ਹੈ ਉਹ ਜਦੋਂ ਗੱਲ ਕਰ ਰਹੀ ਹੈ ਕਿ ਉਹਦੇ ਜਿਹੜਾ ਆ ਘਰ ਦੇ ਵਿੱਚ ਮਹਿਲਾਂ ਵਰਗਾ ਉਹਦਾ ਘਰ ਹੈਗਾ, ਘਰ ਦੇ ਵਿੱਚ ਉਹਦੇ ਬਾਗ ਨੇ, ਚਰਖੇ ਨੇ, ਉਹ ਕਸੀਦਾ ਕੱਢ ਰਹੀ ਹੈ। ਤਾਂ ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਉਹਦਾ ਬਾਬਲ ਜਿਹੜਾ ਘਰ ਜਿਹੜਾ ਆ ਬਹੁਤ ਜਿਹੜਾ ਆ ਉਹ ਸਰਦਾਰਾਂ ਵਾਲਾ ਰੱਜਿਆ ਪੁੱਜਿਆ ਪਰਿਵਾਰ ਹੈਗਾ। ਸਾਡਾ ਚਿੜੀਆਂ ਦਾ ਚੰਬਾ ਸੁਹਾਗ ਦੇ ਵਿੱਚ ਬਾਬਲ ਅਤੇ ਧੀ ਵੱਲੋਂ ਕੀਤੀ ਵਾਰਤਾਲਾਪ ਨੂੰ ਵਾਰਤਕ ਦੇ ਵਿੱਚ ਲਿਖੋ। ਤਾਂ ਜਦੋਂ ਤੁਸੀਂ ਸਾਡਾ ਚਿੜੀਆਂ ਦਾ ਚੰਬਾ ਸੁਹਾਗ ਪੜ੍ਹੋਗੇ ਤਾਂ ਉੱਥੋਂ ਤੁਸੀਂ ਦੇਖ ਸਕਦੇ ਹੋ ਕਿ ਉਹ ਜਿਹੜੀ ਸਾਰੀ ਵਾਰਤਾਲਾਪ ਜਿਹੜੀ ਹੈਗੀ ਹੈ ਤੁਸੀਂ ਇਸ ਪ੍ਰਸ਼ਨ ਦੇ ਵਿੱਚ ਜਿਹੜਾ ਆ ਆਨਸਰ ਉੱਤਰ ਦੇ ਵਿੱਚ ਲਿਖ ਸਕਦੇ ਹੋ। ਹੁਣ ਦੇਖੋ ਪ੍ਰਸ਼ਨ ਨੰਬਰ 22ਵਾਂ ਅਤੇ 23ਵਾਂ ਜਿਹੜਾ ਆ ਦੋਨਾਂ ਵਿੱਚ ਸੇਮ ਹੀ ਆਨਸਰ ਆਵੇਗਾ ਕਿ ਜਦੋਂ ਧੀ ਜਿਹੜੀ ਹੈ ਕਹਿੰਦੀ ਹੈ ਕਿ ਮਹਿਲਾਂ ਦੇ ਵਿੱਚੋਂ ਡੋਲਾ ਨਹੀਂ ਲੰਘਣਾ ਤਾਂ ਉਹਦਾ ਬਾਬਲ ਕਹਿੰਦਾ ਕਿ ਮੈਂ ਇੱਕ ਇੱਟ ਪੁਟਾ ਦੇਵਾਂਗਾ। ਫਿਰ ਉਹ ਕਹਿ ਰਹੀ ਹੈ ਕਿ ਬਾਗਾਂ ਦੇ ਵਿੱਚੋਂ ਜਿਹੜਾ ਆ ਉਹਦਾ ਡੋਲਾ ਨਹੀਂ ਲੰਘਣਾ ਤਾਂ ਬਾਬਲ ਕਹਿੰਦਾ ਕਿ ਮੈਂ ਟਾਹਣੀ ਜਿਹੜਾ ਆ ਟਾਹਲੀ ਜਿਹੜਾ ਉਹ ਮੈਂ ਪੁਟਾ ਦਊਂ। ਫਿਰ ਉਸ ਤੋਂ ਬਾਅਦ ਕਿ ਗੁੱਡੀਆਂ ਕੌਣ ਖੇਡੇਗਾ ਤਾਂ ਬਾਬਲ ਕਹਿੰਦਾ ਕਿ ਗੁੱਡੀਆਂ ਖੇਡਣਗੀਆਂ ਮੇਰੀਆਂ ਪੋਤਰੀਆਂ। ਅਤੇ ਉਸ ਤੋਂ ਬਾਅਦ ਚਰਖਾ ਕੌਣ ਕੱਤੇਗਾ ਤਾਂ ਬਾਬਲ ਕਹਿੰਦਾ ਹੈ ਕਿ ਇਹ ਜਿਹੜੀ ਮੇਰੀ ਪੋਤਰੀਆਂ ਕੱਤਣਗੀਆਂ, ਕਸੀਦਾ ਵੀ ਮੇਰੀਆਂ ਜਿਹੜੀਆਂ ਪੋਤਰੀਆਂ ਨੇ ਉਹ ਕੱਢਣਗੀਆਂ। ਅਤੇ ਇਸ ਤਰ੍ਹਾਂ ਪ੍ਰਸ਼ਨ 22ਵਾਂ ਅਤੇ 23ਵਾਂ ਦੋਨਾਂ ਵਿੱਚੋਂ ਸੇਮ ਹੀ ਆਨਸਰ ਇਹ ਆਏਗਾ। ਨਿੱਕੀ ਜਿਹੀ ਸੂਈ ਵਟਵਾਂ ਧਾਗਾ ਸੁਹਾਗ ਦੇ ਵਿੱਚ ਕਸੀਦਾ ਕੌਣ ਕੱਢ ਰਹੀ ਹੈ ਤਾਂ ਕਸੀਦਾ ਕੱਢ ਰਹੀ ਹੈ ਮੁਟਿਆਰ। ਨਿੱਕੀ ਜਿਹੀ ਸੂਈ ਵਟਵਾਂ ਧਾਗਾ ਸੁਹਾਗ ਵਿੱਚ ਧੀ ਦੇ ਰੋਣ ਦਾ ਕੀ ਕਾਰਨ ਹੈ ਤਾਂ ਧੀ ਦੇ ਰੋਣ ਦਾ ਇਹੀ ਕਾਰਨ ਹੈਗਾ ਆ ਕਿ ਜਿਹੜਾ ਆ ਉਹ ਵਿਆਹ ਚੁੱਕੀ ਹੋਈ ਹੈ, ਵਿਆਹ ਉਹਦਾ ਹੋ ਚੁੱਕਿਆ ਹੋਇਆ ਅਤੇ ਉਹ ਆਪਣੇ ਪੇਕੇ ਪਰਿਵਾਰ ਤੋਂ ਜਿਹੜਾ ਆ ਉਹ ਬਹੁਤ ਜਿਹੜਾ ਦੂਰ ਜਿਹੜਾ ਆ ਉਹ ਆ ਚੁੱਕੀ ਹੋਈ ਹੈ ਕਿ ਉਹ ਆਪਣੇ ਮਾਪਿਆਂ ਦਾ ਘਰ ਛੱਡ ਕੇ ਜਿਹੜਾ ਦੂਸਰੇ ਪਰਿਵਾਰ ਦੇ ਵਿੱਚ ਆਈ ਹੋਈ ਹੈ। ਨਿੱਕੀ ਜਿਹੀ ਸੂਈ ਵਟਵਾਂ ਧਾਗਾ ਸੁਹਾਗ ਵਿੱਚ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਤਾਂ ਰਿਸ਼ਤੇ ਦਾ ਜ਼ਿਕਰ ਜਿਹੜਾ ਆ ਉਹ ਹੈ ਬਾਬਲ, ਧੀ, ਚਾਚਾ, ਭਤੀਜੀ, ਵੀਰ ਤੇ ਭੈਣ, ਮਾਮਾ ਤੇ ਭਾਣਜੀ ਦਾ। ਨਿੱਕੀ ਜਿਹੀ ਸੂਈ ਵਟਵਾਂ ਧਾਗਾ ਵਿੱਚ ਕੌਣ ਪਰਦੇਸਣ ਹੋ ਰਹੀ ਹੈ ਤਾਂ ਇਹਦੇ ਵਿੱਚ ਪਰਦੇਸਣ ਹੋ ਰਹੀ ਹੈ ਮੁਟਿਆਰ।